Hello, dear students, how are you? So, today the next phrasal verb we are going to study, we are going to discuss is get. Get means प्राप्त करना, कोई चीज़ लेनी। लेकिन जिस ਵੇਲੇ ਅਸੀਂ ਇਸ ਨੂੰ ਫਰੇਜ਼ਲ ਵਰਬ ਦੇ ਤੌਰ ਤੇ ਯੂਜ਼ ਕਰਾਂਗੇ ਤਾਂ ਫਿਰ ਇਸ ਦੇ ਡਿਫਰੈਂਟ ਮੀਨਿੰਗਸ ਹੋਣਗੇ। ਵੈਸੇ ਤਾਂ get ਦਾ ਮਤਲਬ ਲੈਣਾ ਹੈ, ਲੇਕਿਨ ਜਦੋਂ ਆਪਾਂ ਇਸ ਨੂੰ ਇੱਕ ਐਜ਼ ਅ ਫਰੇਜ਼ਲ ਵਰਬ ਯੂਜ਼ ਕਰਾਂਗੇ ਤਾਂ ਫਿਰ ਇਸ ਦੇ ਮਤਲਬ ਵੱਖਰੇ ਹੋਣਗੇ। ਜਿਸ ਤਰ੍ਹਾਂ ਆਪਾਂ ਕਹਾਂਗੇ get along, get across, get ahead, get in, get on, get by, get through, get together, get down ਵਗੈਰਾ ਵਗੈਰਾ। ਸੋ ਇਹਨਾਂ ਸਾਰਿਆਂ ਦੇ ਜਿਹੜੇ ਮੀਨਿੰਗਸ ਨੇ ਉਹ ਅੱਡ ਹੋਣਗੇ, ਉਹਨਾਂ ਦਾ ਵੱਖਰਾ ਅਰਥ ਹੋਏਗਾ। ਇੱਕ ਅਰਥ ਵੀ ਹੋ ਸਕਦੇ ਆ ਤੇ ਮੋਰ ਦੈਨ 2 4 5 ਜ਼ਿਆਦਾ ਵੀ ਹੋ ਸਕਦੇ ਨੇ। ਸੋ ਇਹ ਥੋੜੇ ਜਿਹੇ ਇਹਨਾਂ ਨੂੰ ਅਕਸਰ ਅਸੀਂ ਡਿਫਿਕਲਟ ਸਮਝਦੇ ਹਾਂ, ਪਰ ਇਹ ਸਾਰੇ ਤੁਹਾਨੂੰ ਯਾਦ ਕਰਨੇ ਪੈਣਗੇ। ਯੂ ਵਿਲ ਹੈਵ ਟੂ ਰਿਮੈਂਬਰ ਥੀਸ ਫਰੇਜ਼ਲ ਵਰਬਸ, ਕਿਉਂਕਿ ਪ੍ਰੈਪੋਜੀਸ਼ਨ ਆਉਣ ਦੇ ਨਾਲ ਹੀ ਜਿਹੜਾ ਇਸ ਦਾ ਮਤਲਬ ਹੈ ਉਹ ਚੇਂਜ ਹੋ ਜਾਂਦਾ ਹੈ। ਸੋ ਇਸ ਚੀਜ਼ ਨੂੰ ਆਪਣੇ ਦਿਮਾਗ ਬਿਠਾ ਕੇ ਰੱਖਣਾ ਹੈ ਕਿ ਜੇਕਰ ਇਨ ਲੱਗੇ, ਆਨ ਲੱਗੇ, ਆਊਟ ਲੱਗੇ, ਆਫ ਲੱਗੇ ਤਾਂ ਇਸ ਦਾ ਕੀ ਮਤਲਬ ਬਣਦਾ ਹੈ। ਵਾਰੀ ਕਰਕੇ ਆਪਾਂ ਸਾਰਿਆਂ ਨੂੰ ਪੜਾਂਗੇ। ਆਪਾਂ ਇਸ ਨੂੰ ਅਲਫਾਬੈਟਿਕਲੀ ਪੜ੍ਹਦੇ ਹਾਂ। ਜਿਸ ਤਰ੍ਹਾਂ ਕਰਾਂਗੇ ਗੈਟ ਅਕ੍ਰੋਸ, ਗੈਟ ਅਲੋਂਗ, ਸ਼ੁਰੂ ਕਰਾਂਗੇ ਗੈਟ ਅਲੋਂਗ, ਗੈਟ ਅਕ੍ਰੋਸ, ਗੈਟ ਅਲੋਂਗ। ਗੈਟ ਅਕ੍ਰੋਸ ਦਾ ਮਤਲਬ ਹੁੰਦਾ ਵਾ ਕਿ ਕਿਸੇ ਨੂੰ ਆਪਣੀ ਗੱਲ ਸਮਝਾ ਦੇਣੀ। ਆਈ ਵਿਲ ਟਰਾਈ ਟੂ ਗੈਟ ਅਕ੍ਰੋਸ ਯੂ ਵਟ ਆਈ ਐਮ ਥਿੰਕਿੰਗ, ਕਿ ਜੋ ਕੁਝ ਮੈਂ ਸੋਚ ਰਿਹਾ ਮੈਂ ਤੈਨੂੰ ਉਹ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਆਈ could not get him across my point. I could not get him across my ideas. ਸੋ ਮੈਂ ਉਸਨੂੰ ਆਪਣੇ ਆਈਡੀਆਜ਼ ਨਹੀਂ ਸਮਝਾ ਸਕਿਆ। ਸੋ ਗੈਟ ਅਕ੍ਰੋਸ। ਇਸ ਤੋਂ ਬਾਅਦ ਗੈਟ ਅਲੋਂਗ। ਗੈਟ ਅਲੋਂਗ ਵਿਥ ਮੀਨਸ ਕਿ ਕਿਸੇ ਨਾਲ ਦੋਸਤਾਨਾ ਸੰਬੰਧ ਹੋਣੇ, ਕਿਸੇ ਨਾਲ ਮਿੱਤਰਤਾ ਭਰਪੂਰ ਸੰਬੰਧ ਹੋਣੇ। ਜਿਸ ਤਰ੍ਹਾਂ ਤੁਸੀਂ ਕਿਤੇ ਕੰਮ ਕਰ ਰਹੇ ਹੋ ਤਾਂ ਤੁਸੀਂ ਕਿਸੇ ਥਾਂ ਦੇ ਬੌਸ ਹੋ, ਤੁਹਾਡਾ ਆਪਣੇ ਕੋ-ਵਰਕਰਸ ਦੇ ਨਾਲ, ਆਪਣੇ ਇੰਪਲਾਈਜ਼ ਦੇ ਨਾਲ ਚੰਗਾ ਸੰਬੰਧ ਹੋਵੇ, ਨਿੱਘਾ ਸੰਬੰਧ ਹੋਵੇ, ਉੱਥੇ ਵੀ ਆਪਾਂ ਇਹ ਲੈ ਸਕਦੇ ਹਾਂ ਕਿ ਆਈ ਟਰਾਈ ਟੂ ਗੈਟ ਅਲੋਂਗ ਵਿਦ ਮਾਈ ਕੋਲੀਗਸ, I try to get along with my co-workers, I try to get along with my employees, ਕਿ ਮੈਂ ਆਪਣੇ ਕੋਲੀਗਸ ਦੇ ਨਾਲ, ਆਪਣੇ co-workers ਦੇ ਨਾਲ, ਆਪਣੇ ਇੰਪਲਾਈਜ਼ ਦੇ ਨਾਲ ਚੰਗੇ ਦੋਸਤਾਨਾ ਸੰਬੰਧ ਰੱਖਦਾ। ਸੋ ਗੈਟ ਅਲੋਂਗ ਮੀਨ ਚੰਗੇ ਤੁਹਾਡੇ ਮਧੁਰ ਸੰਬੰਧ ਹੋਣੇ। ਗੈਟ ਅਕ੍ਰੋਸ ਤੋਂ ਪੜ੍ਹ ਲਿਆ ਆਪਾਂ, ਗੈਟ ਅਲੋਂਗ। ਉਸ ਤੋਂ ਬਾਅਦ ਗੈਟ ਅਹੈਡ। ਗੈਟ ਅਹੈਡ ਮੀਨਸ ਮੂਵ ਅਹੈਡ, ਅੱਗੇ ਵਧਣਾ, ਟੂ ਮਾਰਚ ਫਾਰਵਰਡ, ਜਾਂ ਤੁਸੀਂ ਕਹਿ ਸਕਦੇ ਕਿ ਤਰੱਕੀ ਕਰਨੀ ਪੈ ਸਕਦੇ ਹਾਂ ਕਿ ਆਈ ਵਿਲ ਟਰਾਈ ਟੂ ਗੈਟ ਅਹੈਡ ਇਨ ਮਾਈ ਲਾਈਫ, ਆਈ ਵਿਲ ਡੂ ਮਾਈ ਬੈਸਟ ਟੂ ਗੈਟ ਅਹੈਡ ਇਨ ਮਾਈ ਲਾਈਫ, ਕਿ ਮੈਂ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਪਲੀਜ਼ ਗੈਟ ਅਹੈਡ। ਥੋੜ੍ਹਾ ਜਿਹਾ ਤੁਸੀਂ ਕਿਤੇ ਖੜੇ ਹੋ, ਤੁਹਾਡੇ ਤੋਂ ਅੱਗੇ ਥੋੜ੍ਹੀ ਭੀੜ ਹੈ, ਤੁਸੀਂ ਕਿਸੇ ਨੂੰ ਕਹਿਣਾ ਹੋਵੇ ਕਿ ਥੋੜ੍ਹਾ ਅੱਗੇ ਹੋ, ਤੁਸੀਂ ਕੀ ਕਹੋਗੇ? ਪਲੀਜ਼ ਮੂਵ ਅਹੈਡ, ਪਲੀਜ਼ ਗੈਟ ਅਹੈਡ, ਥੋੜ੍ਹਾ ਜਿਹਾ ਅੱਗੇ ਹੋ। ਸੋ ਇੱਥੇ ਰੱਖਾਂਗੇ ਗੈਟ ਅਹੈਡ। ਇਸ ਤੋਂ ਬਾਅਦ ਆਪਾਂ ਕਰਾਂਗੇ ਗੈਟ ਅਰਾਊਂਡ। ਗੈਟ ਅਰਾਊਂਡ ਦਾ ਮਤਲਬ ਹੁੰਦਾ ਵਾ ਕਿ ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਣ ਫਿਰਨ ਵਾਲੇ ਲੋਕ ਜਿਹੜੇ ਨੇ, ਆਪਾਂ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਕਿ ਟਰੈਵਲ ਟੂ ਡਿਫਰੈਂਟ ਪਲੇਸਿਸ ਆਪਾਂ ਜਿੱਥੋਂ ਕਹਿੰਦੇ ਹਾਂ, ਜਾਂ ਫਿਰ ਤੁਰਨਾ ਫਿਰਨਾ ਜਿਸ ਨੂੰ ਆਪਾਂ ਕਹਿੰਦੇ ਹਾਂ, ਉਹ ਹੈ ਗੈਟ ਅਰਾਊਂਡ। ਮਾਈ ਫਰੈਂਡ ਗੈਟਸ ਅਰਾਊਂਡ, ਮਾਈ ਫਰੈਂਡ ਗੈਟਸ ਅਰਾਊਂਡ। ਲਾਸਟ ਵੀਕ ਹੀ ਵਾਜ਼ ਇਨ ਦੁਬਈ ਐਂਡ ਦਿਸ ਵੀਕ ਹੀ ਇਜ਼ ਇਨ ਸਿੰਗਾਪੁਰ। ਗੈਟਸ ਅਰਾਊਂਡ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਜਿਵੇਂ ਕਹਾਂਗੇ ਕਿ ਦ ਮਦਰ ਇਜ਼ ਸੋ ਓਲਡ ਦੈਟ ਸ਼ੀ ਗੈਟਸ ਅਰਾਊਂਡ ਵਿਦ ਦ ਹੈਲਪ ਆਫ ਸਟਿਕ, ਕਿ ਮਾਤਾ ਇੰਨੀ ਬੁੱਢੀ ਹੋ ਗਈ ਹੈ, ਬੁੱਢੀ ਹੋ ਗਈ ਹੈ ਕਿ ਉਹ ਸਟਿਕ ਦੀ ਮਦਦ ਨਾਲ ਜਿਹੜੀ ਹੈ ਉਹ ਤੁਰਦੀ ਹੈ। ਸੋ ਗੈਟ ਅਰਾਊਂਡ ਮਤਲਬ ਤੁਰਨਾ ਫਿਰਨਾ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਨੂੰ ਆਪਾਂ ਗੈਟ ਅਰਾਊਂਡ ਕਹਿੰਦੇ ਹਾਂ। ਉਸ ਤੋਂ ਬਾਅਦ ਆ ਗਿਆ ਗੈਟ ਅਵੇ, ਕਿਸੇ ਤੋਂ ਪਾਸੇ ਹੋਣਾ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਆਈ ਐਮ ਟਰਾਈਂਗ ਟੂ ਗੈਟ ਅਵੇ ਫਰੋਮ ਦਿਸ ਪਲੇਸ, I am trying to get away from the crowd, ਕਿ ਮੈਂ ਇਸ ਭੀੜ ਤੋਂ ਪਾਸੇ ਹੋਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਇਹਨਾਂ ਲੋਕਾਂ ਤੋਂ ਪਾਸੇ ਹੋਣ ਦੀ ਕੋਸ਼ਿਸ਼ ਕਰ ਰਿਹਾ। ਸੋ ਗੈਟ ਅਵੇ ਮੀਨਸ ਦੂਰ ਹੋਣਾ ਜਾਂ ਬਚਣਾ, ਗੈਟ ਅਵੇ ਮੀਨਸ। ਇਸ ਤੋਂ ਬਾਅਦ ਆਪਾਂ ਪੜਾਂਗੇ ਗੈਟ ਬਾਏ। ਗੈਟ ਬਾਏ ਮੀਨਸ ਗੁਜ਼ਾਰਾ ਕਰਨਾ, ਟੂ ਬੀ ਏਬਲ ਟੂ ਲਿਵ ਵਿਦ ਦ ਸਿਚੁਏਸ਼ਨ ਵਿਦ ਡਿਫਿਕਲਟੀ, ਕਿ ਤੁਸੀਂ ਬੜੀ ਮੁਸ਼ਕਿਲ ਹਾਲਾਤ 'ਚੋਂ, ਉਸ ਮੁਸ਼ਕਿਲ ਹਾਲਾਤ ਵਿੱਚ ਵੀ ਤੁਸੀਂ ਰਹਿਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ, ਉੱਥੇ ਆਪਾਂ ਗੈਟ ਬਾਏ ਲਾਵਾਂਗੇ ਕਿ ਹਾਊ ਕੈਨ ਹੀ ਗੈਟ ਬਾਏ ਔਨ ਆ ਲਿਟਲ ਮਨੀ, ਕਿ ਉਹਦੇ ਕੋਲ ਥੋੜ੍ਹਾ ਜਿਹਾ ਪੈਸਾ ਹੈ, ਉਹ ਇਸ ਥੋੜ੍ਹੇ ਜਿਹੇ ਪੈਸੇ ਨਾਲ ਕਿਵੇਂ ਗੁਜ਼ਾਰਾ ਕਰੇਗਾ। ਸੋ ਗੈਟ ਬਾਏ ਮੀਨਸ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰਨਾ। ਜਾਂ
ਜਿਉਣਾ। ਉਸ ਤੋਂ ਬਾਅਦ ਆਪਾਂ ਗੈਟ ਬੈਕ, ਗੈਟ ਅਹੈਡ ਦਾ ਜਿਹੜਾ ਉਲਟਾ ਸ਼ਬਦ ਹੈ ਇੰਟੋਨਿਮ ਉਹ ਹੈ ਗੈਟ ਬੈਕ। ਗੈਟ ਅਹੈਡ ਅੱਗੇ ਵਧਣਾ ਤੇ ਗੈਟ ਬੈਕ ਮੀਨ ਪਿੱਛੇ ਨੂੰ ਜਾਣਾ। ਹੀ ਇਜ਼ ਗੈਟਿੰਗ ਬੈਕ ਡੇ ਬਾਈ ਡੇ। ਪਲੀਜ਼ ਗੈਟ ਬੈਕ, ਪਿੱਛੇ ਜਾਓ। ਕਿਸੇ ਨੂੰ ਕਹਿਣਾ ਕਿ ਪਿੱਛੇ ਜਾਓ ਤਾਂ ਅਸੀਂ ਕਹਾਂਗੇ ਕਿ ਪਲੀਜ਼ ਗੈਟ ਬੈਕ, ਪਿੱਛੇ ਜਾਓ। ਉਸ ਤੋਂ ਬਾਅਦ ਗੈਟ ਡਾਊਨ। ਗੈਟ ਡਾਊਨ ਮੀਨ ਕਿ ਉਤਰਨਾ। ਗੈਟ ਡਾਊਨ ਮੀਨ ਉਤਰਨਾ ਜਾਂ ਹੇਠਾਂ ਜਾਣਾ, ਜਾਂ ਕਿਸੇ ਨੂੰ ਆਪਾਂ ਡਿਸਕਰੇਜ ਕਰਨਾ, ਉੱਥੇ ਵੀ ਉਹ ਗੈਟ ਡਾਊਨ ਆਏਗਾ। ਜਿਵੇਂ ਆਪਾਂ ਕਹਿੰਦੇ ਆ ਕਿ ਜਾਂ ਕੋਈ ਚੀਜ਼ ਖਾ ਲੈਣੀ, ਨਿਗਲ ਲੈਣੀ, ਉੱਥੇ ਵੀ ਗੈਟ ਡਾਊਨ ਦੀ ਆਪਾਂ ਜਿਹੜੀ ਉਹ ਵਰਤੋਂ ਕਰਦੇ ਹਾਂ। ਸਵੈਲੋ ਕਰਨਾ, ਉੱਥੇ ਵੀ ਆਪਾਂ ਗੈਟ ਡਾਊਨ ਦੀ ਵਰਤੋਂ ਕਰਦੇ ਹਾਂ। ਕਿ ਜੇ ਆਪਾਂ ਕਹਿਣਾ ਹੋਵੇ ਕਿ ਨਥਿੰਗ ਕੈਨ ਗੈਟ ਮੀ ਡਾਊਨ, ਨਥਿੰਗ ਕੈਨ ਗੈਟ ਮੀ ਡਾਊਨ ਮੀਨ ਮੈਨੂੰ ਕੋਈ ਚੀਜ਼ ਦੁਨੀਆ ਦੀ ਡਿਸਕਰੇਜ ਨਹੀਂ ਕਰ ਸਕਦੀ। ਜਾਂ ਆਈ ਗॉट ਡਾਊਨ ਦਾ ਬੱਸ, ਮੈਂ ਬੱਸ ਤੋਂ ਹੇਠਾਂ ਉਤਰਿਆ। ਗੈਟ ਡਾਊਨ ਮੀਨ ਹੇਠਾਂ ਉਤਰਿਆ। ਜਾਂ ਹੀ ਇਜ਼ ਗੈਟਿੰਗ ਡਾਊਨ ਦਾ ਟਰੀ, ਕਿ ਉਹ ਟਰੀ ਤੋਂ ਹੇਠਾਂ ਉਤਰ ਰਿਹਾ, ਉੱਥੇ ਵੀ ਆਪਾਂ ਗੈਟ ਡਾਊਨ ਲਾਵਾਂਗੇ। ਗੈਟ ਡਾਊਨ ਨੀਚੇ ਨੂੰ ਉਤਰਨਾ। ਜਾਂ ਜੇ ਆਪਾਂ ਗੈਟ ਡਾਊਨ ਨੂੰ ਸਵੈਲੋ ਦੀ ਗੱਲ ਕਰੀਏ ਤਾਂ ਉੱਥੇ ਕਹਾਂਗੇ ਆਪਾਂ ਕਿ ਦਾ ਟੈਬਲੇਟ ਵਾਜ਼ ਟੂ ਬਿਗ ਐਂਡ ਜਿਹੜੀ ਗੋਲੀ ਸੀਗੀ ਉਹ ਬੜੀ ਮੋਟੀ ਸੀਗੀ। ਐਂਡ ਆਈ ਕੁਡ ਨਾਟ ਗੈਟ ਇਟ ਡਾਊਨ, ਮੈਂ ਇਸ ਨੂੰ ਆਪਣੇ ਸੰਗ ਤੋਂ ਹੇਠਾਂ ਨਹੀਂ ਕਰ ਸਕਿਆ। ਸਵੈਲੋ ਕਰਨਾ। ਸੋ ਗੈਟ ਡਾਊਨ ਆ ਗਿਆ। ਉਸ ਤੋਂ ਬਾਅਦ ਗੈਟ ਇਨ। ਗੈਟ ਇਨ ਦਾ ਪਹੁੰਚਣਾ, ਐਂਟਰ ਕਰਨਾ ਕਿਸੇ ਚੀਜ਼ ਦੇ ਵਿੱਚ। ਜੇਕਰ ਆਪਾਂ ਕਾਰ ਦੇ ਵਿੱਚ ਬੈਠਾਂਗੇ ਤਾਂ ਆਪਾਂ ਉੱਥੇ ਗੈਟ ਇਨ ਲਾਵਾਂਗੇ। ਆਈ ਐਮ ਗੈਟਿੰਗ ਇਨ ਦਾ ਕਾਰ। ਜਿਹੜਾ ਕੈਬਿਨ ਟਾਈਪ ਬਣਿਆ ਚੀਜ਼ ਹੋਵੇ ਉੱਥੇ ਗੈਟ ਇਨ ਹੁੰਦਾ। ਜੇ ਕੋਈ ਵੱਡੀ ਚੀਜ਼ ਹੋਵੇ, ਜਿਸ ਤਰ੍ਹਾਂ ਆਪਾਂ ਕਿਸੇ ਬੋਟ ਚੜ੍ਹਨਾ ਹੋਵੇ, ਕਿਸੇ ਸ਼ਿਪ ਦੇ ਚੜ੍ਹਨਾ ਹੋਵੇ, ਉੱਥੇ ਗੈਟ ਔਨ, ਉੱਥੇ ਗੈਟ ਔਨ ਲਾਵਾਂਗੇ। ਇੱਥੇ ਆਪਾਂ ਗੈਟ ਇਨ ਲਾਵਾਂਗੇ ਕਿਉਂਕਿ ਉਹ ਚੀਜ਼ ਬਣੀ ਹੋਈ ਚਾਰੇ ਪਾਸੋਂ ਤੋਂ ਬੰਦ ਹੈ। ਇਸ ਵਾਸਤੇ ਆਈ ਐਮ ਗੈਟਿੰਗ ਇਨ ਦਾ ਕਾਰ, ਆਈ ਗॉट ਇਨ ਦਾ ਕਾਰ, ਮੈਂ ਕਾਰ ਦੇ ਵਿੱਚ ਜਿਹੜਾ ਉਹ ਬੈਠਿਆ। ਸੋ ਉੱਥੇ ਗੈਟ ਇਨ ਲਾਵਾਂਗੇ। ਜਾਂ ਪਹੁੰਚਣਾ, ਆਈ ਵਿਲ ਟਰਾਈ ਟੂ ਗੈਟ ਇਨ ਟਾਈਮ, ਮੈਂ ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਕਰਾਂਗਾ। ਹੀ ਕੁਡ ਨਾਟ ਗੈਟ ਇਨ ਦ ਸਕੂਲ, ਉਹ ਸਕੂਲ ਨਹੀਂ ਪਹੁੰਚ ਸਕਿਆ। ਸੋ ਅਰਾਈਵ ਵੀ ਹੈ ਪਹੁੰਚਣਾ, ਆਉਣਾ, ਐਂਟਰ ਕਰਨਾ, ਜਾਂ ਫਿਰ ਕਿਸੇ ਚੀਜ਼ ਦੇ ਵਿੱਚ ਚੜ੍ਹਨਾ ਜਿਹੜੀ ਕੈਬਨ ਵਰਗੀ ਹੋਵੇ, ਉੱਥੇ ਵੀ ਆਪਾਂ ਗੈਟ ਇਨ ਲਾਵਾਂਗੇ। ਅੱਛਾ, ਉਸ ਤੋਂ ਬਾਅਦ ਆਪਾਂ ਜੇਕਰ ਗੱਲ ਕਰੀਏ ਗੈਟ ਇਨਟੂ ਟਰਬਲ। ਗੈਟ ਇਨਟੂ ਟਰਬਲ ਦਾ ਮੁਸ਼ਕਿਲ 'ਚ ਪੈ ਜਾਣਾ, ਮੁਸ਼ਕਿਲ 'ਚ ਪੈ ਜਾਣਾ। ਆਈ ਵਾਸ ਟਰਾਈਂਗ ਟੂ ਹੈਲਪ ਮਾਈ ਫਰੈਂਡ ਬਟ ਆਈ ਗॉट ਇਨਟੂ ਟਰਬਲ, ਕਿ ਮੈਂ ਆਪਣੇ ਦੋਸਤ ਦੀ ਮਦਦ ਕਰ ਰਿਹਾ ਸਾਂ ਪਰ ਮੈਂ ਖੁਦ ਹੀ ਟਰਬਲ 'ਚ ਪੈ ਗਿਆ। ਸੋ ਉੱਥੇ ਜਿੱਥੇ ਮੁਸ਼ਕਿਲ 'ਚ ਪੈਣਾ ਉੱਥੇ ਆਪਾਂ ਕਹਾਂਗੇ ਗੈਟ ਇਨਟੂ ਟਰਬਲ, ਮੁਸ਼ਕਿਲ 'ਚ ਪੈਣਾ। ਅੱਛਾ, ਇਸ ਤੋਂ ਬਾਅਦ ਆ ਗਿਆ ਗੈਟ ਆਫ। ਗੈਟ ਆਫ, ਗੈਟ ਆਫ ਦੇ ਵੀ ਕਾਫੀ ਮਤਲਬ ਨੇ। ਇਹ ਆਪਾਂ ਪਹਿਲੀ ਗੱਲ ਕਰੀਏ ਬਚਣਾ, ਜਿਸ ਤਰ੍ਹਾਂ ਸਜ਼ਾ ਤੋਂ ਬਚਣਾ ਹੋਵੇ ਤਾਂ ਉੱਥੇ ਵੀ ਆਪਾਂ ਗੈਟ ਆਫ ਲਾਉਣੇ ਆ। ਹੀ ਗॉट ਆਫ ਵਿਦ ਸੋ ਮੈਨੀ ਕੰਡੀਸ਼ਨਸ। ਹੀ ਗॉट ਆਫ ਮੀਨ ਮਤਲਬ ਬਚ ਜਾਣਾ, ਸਜ਼ਾ ਤੋਂ ਬਚਣਾ, ਕਿਸੇ ਤਰ੍ਹਾਂ ਦੀ ਜਿਹੜੀ ਪਨਿਸ਼ਮੈਂਟ ਮਿਲਦੀ ਹੈ ਕੋਰਟ ਵੱਲੋਂ ਉੱਥੋਂ ਬਚਣਾ। ਹੀ ਗॉट ਆਫ ਵਿਦ ਸੋ ਮੈਨੀ ਕੰਡੀਸ਼ਨਸ, ਕਿ ਉਹ ਕਾਫੀ ਸ਼ਰਤਾਂ ਤੇ ਜਿਹੜਾ ਹੈ ਉਹ ਆਪਣੀ ਜਿਹੜੀ ਉਹਨੇ ਆਪਣਾ ਬਚਾਅ ਕੀਤਾ ਹੈ ਕਿੱਥੋਂ, ਸਜ਼ਾ ਤੋਂ। ਉਹਨੂੰ ਸਜ਼ਾ ਮਿਲਣੀ ਸੀ ਪਰ ਕਾਫੀ ਸ਼ਰਤਾਂ ਕਰਕੇ ਉਹਨੂੰ ਸਜ਼ਾ ਨਹੀਂ ਮਿਲੀ। ਹੀ ਗॉट ਆਫ ਵਿਦ ਸੋ ਮੈਨੀ ਕੰਡੀਸ਼ਨਸ, ਬਹੁਤ ਸਾਰੀਆਂ ਸ਼ਰਤਾਂ ਕਰਕੇ ਉਹ ਜਿਹੜਾ ਵਾ ਬਚ ਗਿਆ। ਜੇ ਆਪਾਂ ਇਹ ਕਹੀਏ ਕਿ ਸੌਣ ਵਾਸਤੇ ਆਪਾਂ ਗੱਲ ਕਰਦੇ ਹਾਂ, ਉੱਥੇ ਵੀ ਆਪਾਂ ਗੈਟ ਆਫ ਲਾਉਣੇ ਆ ਕਿ ਆਈ ਵੈਂਟ ਟੂ ਦ ਬੈਡ ਬਟ ਆਈ ਕੁਡ ਨਾਟ ਗੈਟ ਆਫ ਟੂ ਸਲੀਪ, ਕਿ ਮੈਂ ਬਿਸਤਰੇ ਤੇ ਗਿਆ ਸਾਂ ਪਰ ਮੈਂ ਸੌ ਨਹੀਂ ਸਕਿਆ। ਗੈਟ ਆਫ ਟੂ ਸਲੀਪ, ਗੈਟ ਆਫ ਟੂ ਸਲੀਪ ਮੀਨ ਸੌਣਾ, ਨੀਂਦ ਆਉਣੀ, ਉੱਥੇ ਵੀ ਆਪਾਂ ਕਹਾਂਗੇ ਗੈਟ ਆਫ ਟੂ ਸਲੀਪ। ਗੈਟ ਆਫ ਟੂ ਨੀਂਦ ਆਉਣਾ, ਜਾਂ ਗੈਟ ਆਫ ਸਜ਼ਾ ਤੋਂ ਬਚਣਾ, ਜਾਂ ਗੈਟ ਆਫ ਸੌਣ ਵਾਸਤੇ ਜਾਣਾ। ਅੱਛਾ, ਗੈਟ ਔਨ। ਗੈਟ ਔਨ ਚੜ੍ਹਨਾ, ਆਪਾਂ ਜਿਵੇਂ ਕਿ ਗੱਲ ਕੀਤੀ ਸੀ ਗੈਟ ਇਨ ਦੀ। ਗੈਟ ਇਨ ਮੀਨ ਬੱਸ ਚੜ੍ਹਨਾ ਜਾਂ ਕਾਰ ਚੜ੍ਹਨਾ ਜਾਂ ਕਿਸੇ ਖੁੱਲੀ ਚੀਜ਼ ਉੱਪਰ ਚੜ੍ਹਨਾ, ਛੱਤ ਉੱਪਰ ਚੜ੍ਹਨਾ। ਆਈ ਗॉट ਔਨ ਦਾ ਰੂਫ ਜਾਂ ਆਈ ਗॉट ਔਨ ਦਾ ਸ਼ਿਪ, ਉੱਥੇ ਆਪਾਂ ਜਿਹੜਾ ਚੜ੍ਹਨ ਵਾਸਤੇ ਲਾਵਾਂਗੇ ਗੈਟ ਔਨ, ਚੜ੍ਹਨਾ, ਕਿਸੇ ਖੁੱਲੀ ਚੀਜ਼ ਤੇ ਚੜ੍ਹਨਾ। ਅੱਛਾ, ਉਸ ਤੋਂ ਬਾਅਦ ਗੈਟ ਆਊਟ। ਗੈਟ ਆਊਟ ਦੇ ਜਿਹੜੇ ਮਤਲਬ ਨੇ ਕਾਫੀ ਨੇ। ਕਈ ਵਾਰ ਆਪਾਂ ਅਕਸਰ ਸੁਣਿਆ ਹੋਗਾ, ਕਈ ਵਾਰ ਕਹਿੰਦੇ ਹਾਂ ਕਿ ਗੈਟ ਆਊਟ, ਕਿ ਇੱਥੋਂ ਚਲੇ ਜਾਓ। ਗੁੱਸੇ ਨਾਲ ਕਹਿੰਦੇ ਆਪਾਂ ਆਪਟੇਟਿਵ ਵਰਡ ਸੈਂਟੈਂਸ ਹੈ ਇਹ, ਇੰਪੈਰੇਟਿਵ। ਉੱਥੇ ਆਪਾਂ ਲਾ ਦਿੰਦੇ ਹਾਂ ਐਜ਼ ਏ ਸਲੈਂਗ ਯੂਜ਼ ਕਰ ਲੈਂਦੇ ਸੀ। ਜੇ ਆਪਾਂ ਕਹਿੰਦੇ ਹਾਂ ਕਿ ਗੈਟ ਆਊਟ ਵਿੱਚ ਖੁੱਲ੍ਹ ਜਾਣਾ ਕਿਸੇ ਚੀਜ਼ ਦਾ, ਜਾਂ ਭੇਦ ਖੁੱਲ੍ਹ ਜਾਣੇ, ਦ ਸੀਕਰਟ ਗॉट ਆਊਟ, ਭੇਦ ਖੁੱਲ੍ਹ ਗਿਆ, ਇਹ ਭੇਦ ਖੁੱਲ੍ਹ ਗਿਆ। ਹੀ
he got out of the room, वो कमरे चों बाहर आ गया। इत्थे get out of मतलब किसी चीज़ चों बाहर आना, उत्थे get out of लाता। अच्छा, हुणे आपां गल कीती जिस तरह कि the news got out that he has killed the minister, कि ये खबर फैल गई है कि उसने मिनिस्टर का कत्ल किया है। सो गेट आउट मीन बाहर आ जाना, बाहर निकल तुरना या बाहर चले जाना, वो गेट आउट लावांगे। उस तो बाद आप पढ़ांगे गेट ओवर। गेट ओवर मीन काफ़ी बीमारी तो बाद तुसीं जो चंगा महसूस करते हो, रिकवर फील करते हो अपने मतलब करांगे गेट ओवर। ही इज़ अपसेट बट सून ही विल गेट ओवर, कि वो हम बीमार महसूस कर रहा है या वो ठीक ही महसूस कर रहा है, छेती वो ठीक हो जाएगा। ही इज़ फीलिंग अपसेट बट सून ही विल गेट ओवर इट, कि वो ठीक हो जाएगा। रिकवर उत्थे अपन गेट ओवर लाता। उस तो बाद आप पढ़ते हैं गेट रिड ऑफ। गेट रिड ऑफ का छुटकारा पाना किसी चीज़ तो। आई एम ट्राइंग टू गेट रिड ऑफ हिम, मैं उस तो छुटकारा पाने की कोशिश कर रहा हूँ। इंडिया इज़ ट्राइंग टू गेट रिड ऑफ पॉवर्टी, इंडिया इज़ ट्राइंग टू गेट रिड ऑफ अनएम्प्लॉयमेंट, कि भारत अनएम्प्लॉयमेंट तो छुटकारा पाने की कोशिश कर रहा है। सो गेट रिड ऑफ मीन छुटकारा पाना। उस तो बाद आके गेट थ्रू। गेट थ्रू मीनस किसी काम को मुका देना, किसी काम को फिनिश करना, कंप्लीट करना। नेक्स्ट मंथ आई विल गेट थ्रू द एग्जाम्स, द टीचर हैज़ गिवन मी असाइनमेंट एंड आई एम ट्राइंग टू गेट थ्रू इट, मैं इसको खत्म करने की कोशिश कर रहा हूँ। जी असाइनमेंट मैंने मिली है उत्थे रहांगे ਆਪਾਂ गेट थ्रू। उस तो बाद आ गया गेट टूगैदर। गेट टूगैदर एज ए वर्ब भी यूज़ करांगे, एज ए नाउन भी यूज़ कर लेंगे ਆਪਾਂ। जिस तरह आप कहेंगे कि गेट टूगैदर में इकट्ठे होना, वी गेट टूगैदर टू डिस्कस सम इशूज़, ਅਸੀਂ ਇਕੱਠੇ ਹੁੰਦੇ ਹਾਂ ਕੁਝ ਇਸ਼ੂਜ਼ ਡਿਸਕਸ ਕਰਨ ਵਾਸਤੇ। ਉੱਥੇ ਆਪਾਂ ਇਹਨੂੰ ਐਜ਼ ਏ ਵਰਬ ਯੂਜ਼ ਕਰ ਲਿਆ। ਜੇ ਆਪਾਂ ਇਹ ਕਹੀਏ ਦ ਗੈਟ ਟੂਗੈਦਰ ਵਾਜ਼ ਵੈਰੀ ਇੰਟਰਸਟਿੰਗ ਐਂਡ ਵੀ ਇੰਜॉयड ਇਟ, ਕਿ ਇਹ ਜਿਹੜਾ ਇਕੱਠ ਸੀਗਾ ਸਾਡਾ ਸਾਰਿਆਂ ਦਾ ਬੜਾ ਇੰਟਰਸਟਿੰਗ ਸੀਗਾ, ਅਸੀਂ ਬੜਾ ਮਜ਼ਾ ਲਿਆ, ਉੱਥੇ ਹੀ ਨਾउन ਦੇ ਤੌਰ 'ਤੇ ਯੂਜ਼ ਹੋ ਗਿਆ। ਸੋ ਗੈਟ ਟੂਗੈਦਰ ਵੀ ਆਪਾਂ ਜਿਹੜਾ ਉਹ ਪੜ੍ਹਿਆ। ਹੁਣ ਆਪਾਂ ਇਹ ਪੜ੍ਹਾਂਗੇ ਗੈਟ ਅਪ। ਗੈਟ ਅਪ ਮੀਨ ਉੱਠਣਾ। ਤੁਸੀਂ ਬੈਠੇ ਹੋਏ ਹੋ, ਤੁਸੀਂ ਛੱਡ ਕੇ ਆਪਣੀ ਜਗ੍ਹਾ ਪਾਸੇ ਹੁੰਦੇ ਹੋ, ਦੈਟ ਇਜ਼ ਕਾਲਡ ਗੈਟ ਅਪ। ਤੁਸੀਂ ਸਵੇਰੇ ਉੱਠਦੇ ਹੋ, ਆਪਾਂ ਕਹਿੰਦੇ ਹਾਂ ਕਿ ਆਈ ਗੈਟ ਅਪ अर्ਲੀ ਇਨ ਦ ਮਾਰਨਿੰਗ, ਮੈਂ ਸਵੇਰੇ ਜਲਦੀ ਉੱਠਦਾ। ਹੀ ਗॉट ਅਪ ਫਰੋਮ ਦ ਪਲੇਸ ਵੇਅਰ ਹੀ ਵਾਜ਼ ਸਿਟਿੰਗ, ਜਿੱਥੇ ਉਹ ਬੈਠਾ ਸੀ ਉਹਨੇ ਉਹ ਜਗ੍ਹਾ ਛੱਡੀ। ਸੋ ਇਹ ਜਿਹੜਾ ਗੈਟ ਅਪ ਦਾ ਸੀਗਾ ਮਤਲਬ ਕਿ ਉੱਠਣਾ ਆਪਣੀ ਜਗ੍ਹਾ ਤੋਂ। ਸੋ ਇਹ ਜਿਹੜੇ ਸਾਰੇ ਆਪਾਂ ਪੜ੍ਹੇ ਨੇ, ਇਹ ਸਾਰੇ ਫਰੇਜ਼ਲ ਵਰਬਸ ਨੇ। ਅੱਜ ਆਪਾਂ ਗੈਟ ਦੇ ਪੜ੍ਹੇ ਨੇ। ਕਨਫਿਊਜ਼ ਹੋਣ ਦੀ ਲੋੜ ਨਹੀਂ, ਕਿਉਂਕਿ ਜਿਹੜਾ ਪ੍ਰੈਪੋਜੀਸ਼ਨ ਦਾ ਲੱਗਣਾ ਹੈ ਉਹ ਇਹਦੇ ਸਾਰੇ ਮਤਲਬ ਨੂੰ ਬਦਲ ਦਿੰਦਾ। ਸੋ ਕੋਸ਼ਿਸ਼ ਕਰਨੀ ਹੈ ਇਹਨਾਂ ਸਾਰਿਆਂ ਨੂੰ ਸਮਝਣ ਦੀ, ਤੇ ਇਸ ਤਰੀਕੇ ਨਾਲ ਆਪਾਂ ਵਾਰੀ ਸਾਰੇ ਜਿਹੜੇ ਫਰੇਜ਼ਲ ਵਰਬਸ ਨੇ ਵੀ ਵਿਲ ਟਰਾਈ ਟੂ ਅੰਡਰਸਟੈਂਡ, ਵੀ ਵਿਲ ਟਰਾਈ ਟੂ ਡਿਸਕਸ ਇਟ in the other videos as well, next videos as well, ਕਿਉਂਕਿ ਜਦ ਤੱਕ ਆਪਾਂ ਇਹ ਸਮਝਾਂਗੇ ਨਹੀਂ, ਸਾਨੂੰ ਇਸ ਜਿਹੜੇ ਫਰੇਜ਼ਲ ਵਰਬਸ ਨੇ ਤੁਸੀਂ ਇਹਨਾਂ ਨੂੰ ਵੀ ਵੋਕੈਬਲਰੀ ਦਾ ਇੱਕ ਪਾਰਟ ਸਮਝ ਕੇ ਚੱਲੋ। ਇਹ these are the part of vocabulary। ਸੋ ਇਹ ਸਮਝ ਕੇ ਆਪਾਂ ਆਪਣੀ ਅੰਗਰੇਜ਼ੀ ਨੂੰ, ਆਪਣੀ ਭਾਸ਼ਾ ਨੂੰ ਹੋਰ ਸੋਹਣੇ ਬਣਾ ਸਕਦੇ ਹਾਂ। ਤੁਸੀਂ ਜਦੋਂ ਇਸ ਦੀ ਵਰਤੋਂ ਕਰੋਗੇ ਤੇ ਤੁਹਾਨੂੰ ਫਿਰ ਜਿਹੜੇ ਉਹ ਜ਼ਿਆਦਾ ਡਿਫਿਕਲਟ ਵਰਡਸ ਨਹੀਂ ਲੱਭਣੇ ਪੈਣਗੇ। ਯੂ ਵਿਲ ਈਜ਼ੀਲੀ ਮੈਨੇਜ with what you have। So thank you very much.